जोग गुरु की साजी निवाजी सत संगत जी। आप वडभागी हो, वड्डियां भागां वाले हो। जो शब्द गुरु शब्द ब्रह्म सागर, चवर छतर तखत दे मालक, दो जहां दे वाले। साहिब श्री गुरु ग्रंथ साहिब पातशाह महाराज जी दे पावन पवित्र हजूरी दे विच तप स्थान गुरुद्वारा बारठ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੋਣ ਉਪਰੰਤ ਅੰਮ੍ਰਿਤਮਈ ਪੰਜ ਬਾਣੀਆਂ ਦੇ ਜਾਪ ਹੋਏ ਹਨ ਜੀ। ਸ੍ਰੀ ਆਸਾ ਜੀ ਦੀ ਵਾਰ ਦਾ ਹਰ ਜਸ ਕੀਰਤਨ ਗੁਰੂ ਘਰ ਗੁਰੂ ਦਰ ਦੇ ਨਿਵਾਜੇ ਕੀਰਤਨੀਆਂ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। आओ को समा जो अज सतगुरु पातशाह महाराज जी की कृपा सदका संग्राम का दिहाड़ा ते सतगुरु जी ने कृपा करके रहमत करके पावन शब्द की विचार बख्शिश की, पावन शब्द बख्शिश किया, पावन शब्द की विचार करके हिरदियां विच वसा कर अपना जीवन सफला करिए। मन बिरतियां नूं इकागर करदियां होया ध्यान गुर चरनां दे विच जोड़ कर सतगुरु पातशाह महाराज जी नूं सीस झुका कर सरबत दे भले वास्ते सारी संगत उचारण करो जी। सतनाम श्री वाहिगुरु साहिब जी। फिर रसना पवित्र करो, उचारण करो। सतनाम श्री वाहिगुरु साहिब जी। कतिका कर्म कमावणे दोष ना खाहू जोगा, परमेश्वर ते भुलिया व्यापना सभे रोगा। गुरु सवारी संगत जीओ, पावन शब्द जो 12 महा गुरु पंजवें पातशाह महाराज जी श्री गुरु अर्जुन देव जी के मुखारबिंद तो उचारण किए हुए, जो कि सतगुरु पातशाह महाराज जी की कृपा महरमत सदका माज राग दे विच गुरु ग्रंथ साहिब जी के 135 अंक पर सुभायमान है जी। सतगुरु पातशाह महाराज जी ने कृपा की गुरसिखां वास्ते सुचज्जा एक जिहड़ा जीवन है वो बख्शिश कीता है। जिथे समुची कुदरत दे विच बदलाव हो रहा, हरेक वस्तु दे विच बदलाव जी, तो सतगुरु जी ने समझाया कि गुरसिख प्यारिया तेरे जीवन दे विच भी तब्दीली आ जावे। जिहड़ा मनमुख वाला जीवन है वो खत्म होवे, गुरमुखां वाला जिहड़ा जीवन है उसकी प्राप्ति हो जावे। एक चंगा मार्ग, एक चंगा जीवन जो है वो सानू प्राप्त हो जावे। तो सतगुरु पातशाह महाराज जी ने जिहड़े 12 पड़ाव हन सूरज दियां 12 रासां दे अनुसार उन्हां नूं संबोधन करदियां होया जां उन्हां प्रति विचार प्रगट करदियां होया सतगुरु जी ने फिर 12 महीनियां दे संबंध दे विच 12 शब्द उचारण कीते जी। 14 कुल पौड़ियां, कुल 14 शब्द आरंभ दे विच मंगलाचरण है, आखिर दे उपर मालिक जी दा शुकराना। ते सतगुरु जी ने ये विछोड़े दा कारण भी समझा दिता। ते फिर इन्हां 12 पड़ावां द्वारा असां ने उस मालिक वाहिगुरु जी दी हजूरी तक पहुंचना है। ते ये भी वेखना कि जीवन दे अंदर झाती मार के कि साडा जिहड़ा जीवन है वो कित्थे है। कि वाकिया ही जिवें
ਬਾਹਰ ਦੀ ਤਬਦੀਲੀ ਹੋ ਰਹੀ, ਬਾਹਰ ਕੁਦਰਤ ਦੇ ਵਿੱਚ ਬਦਲਾਅ ਹੋ ਰਿਹਾ, ਤੇ ਸਤਿਗੁਰੂ ਜੀ ਨੇ ਬਦਲਾਅ ਦਾ ਢੰਗ ਵੀ ਸਾਨੂੰ ਸਮਝਾਇਆ ਕਿ ਵਾਕਿਆ ਸਾਡੇ ਜੀਵਨ ਦੇ ਵਿੱਚ ਵੀ ਕੋਈ ਬਦਲਾਅ ਆਇਆ, ਕੋਈ ਤਬਦੀਲੀ ਆਈ। ਅਸੀਂ ਵਾਕਿਆ ਹੀ ਕੋਈ ਐਸਾ ਕਾਰਜ ਆਰੰਭ ਕੀਤਾ ਕਿ ਅਸੀਂ ਮਨਮੁਖ ਤੋਂ ਗੁਰਮੁਖ ਵਾਲੇ ਪਾਸੇ ਦਾ ਸਫ਼ਰ ਤੈਅ ਕਰ ਸਕਦੇ ਹੋਈਏ। ਜੇਕਰ ਵਾਕਿਆ ਹੀ ਸਾਡੇ ਜੀਵਨ ਦੇ ਵਿੱਚ ਕੱਲ ਨਾਲੋਂ ਅੱਜ ਕੋਈ ਤਬਦੀਲੀ ਆਈ ਹੈ, ਜਿਹੜਾ ਦਿਨ ਬਤੀਤ ਹੋ ਗਿਆ, ਜਿਹੜਾ ਮਹੀਨਾ ਬਤੀਤ ਹੋ ਗਿਆ, ਜਿਹੜੇ ਕਾਰਜ ਅਸੀਂ ਉਦੋਂ ਕਰਦੇ ਪਏ ਸਾਂ, ਜੇਕਰ ਉਹਨਾਂ ਨੂੰ ਛੱਡ ਕੇ ਕੋਈ ਚੰਗੇ ਪਾਸੇ, ਚੰਗੇ ਕਾਰਜਾਂ ਵਾਲੇ ਪਾਸੇ ਤੁਰੇ ਹਾਂ, ਕੋਈ ਔਗੁਣਾਂ ਦਾ ਅਸਾਂ ਨੇ ਤਿਆਗ ਕਰ ਦਿੱਤਾ ਹੈ, ਗੁਣਾਂ ਦੀ ਅਸੀਂ ਪ੍ਰਾਪਤੀ ਕਰਨੀ ਆਰੰਭ ਕਰ ਦਿੱਤੀ, ਤੇ ਫਿਰ ਸਾਡੇ ਜੀਵਨ ਦੇ ਵਿੱਚ ਸੰਗਰਾਂਦ ਹੈ। ਫਿਰ ਸਾਡਾ ਜੀਵਨ ਵਾਕਿਆ ਹੀ ਉਸ ਦੇ ਵਿੱਚ ਬਦਲਾਅ ਆ ਚੁੱਕਾ ਹੈ। ਪਰ ਜਿਹੜੇ ਕਾਰਜ ਅਸੀਂ ਪਿਛਲੇ ਮਹੀਨੇ ਕਰਦੇ ਪਏ ਸਾਂ, ਜੇਕਰ ਉਹਨਾਂ ਪ੍ਰਤੀ ਅਸੀਂ ਕੁਝ ਵੀ ਤਿਆਗ ਨਹੀਂ ਕੀਤਾ, ਕੋਈ ਵੀ ਕਾਰਜ ਅਸੀਂ ਛੱਡਿਆ ਹੀ ਨਹੀਂ, ਨਾ ਔਗੁਣ ਛੱਡੇ, ਨਾ ਗੁਣਾਂ ਦੀ ਪ੍ਰਾਪਤੀ ਕੀਤੀ, ਤੇ ਫਿਰ ਮਾਫ ਕਰਨਾ, ਕਹਿਣ ਦੇਣਾ, ਕੁਦਰਤ ਵਿੱਚ ਤਬਦੀਲੀ ਹੈ, ਸਾਰੀ ਜਗ੍ਹਾ ਦੇ ਉੱਪਰ ਸੰਗਰਾਂਦ ਹੋਵੇਗੀ। ਫਿਰ ਸਾਡੇ ਅੰਦਰ ਸੰਗਰਾਂਦ ਨਹੀਂ, ਕਿਉਂਕਿ ਸੰਗਰਾਂਦ ਤੋਂ ਭਾਵ ਸੰਕ੍ਰਾਂਤੀ ਹੈ ਨਾ, ਉਹ ਕਾਰਜ ਸਦਕਾ ਕੋਈ ਕ੍ਰਾਂਤੀ, ਕੋ ਬਦਲਾਅ ਆ ਰਿਹਾ। ਤੇ ਜੇਕਰ ਅਸੀਂ ਉਹ ਹੀ ਕਾਰਜ ਜਿਹੜੇ ਪਿਛਲੇ ਮਹੀਨੇ ਦੇ ਵਿੱਚ ਕਰਦੇ ਪਏ ਸੀ, ਹੁਣ ਵੀ ਉਹਨਾਂ ਦੀ ਹੀ ਆਰੰਭਤਾ ਕਰ ਦਿੱਤੀ ਦਿਨ ਦੇ ਨਾਲ ਹੀ, ਤੇ ਫਿਰ ਸੰਗਰਾਂਦ ਕਿਸ ਪ੍ਰਕਾਰ ਹੋ ਗਈ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਹੈ, ਬਖਸ਼ਿਸ਼ ਕੀਤੀ। ਜਦੋਂ ਸਤਿਗੁਰੂ ਜੀ ਰੁੱਤਾਂ ਦਾ ਜ਼ਿਕਰ ਕਰਦੇ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਤਾਂ ਸਤਿਗੁਰੂ ਜੀ ਸਮਝਾਉਂਦੇ ਹਨ, ਰੁੱਤ ਸਰਦ ਅਡੰਬਰੋ ਅਸੂ ਕੱਤ ਕੇ ਹਰ ਪਿਆਹ ਜੀਓ, ਕਿ ਸਰਦ ਰੁੱਤ ਦੀ ਜਿਹੜੀ ਆਰੰਭਤਾ ਹੈ, ਉਸ ਵਾਸਤੇ ਇਹ 2 ਮਹੀਨੇ, ਅਸੂ ਦਾ ਮਹੀਨਾ ਤੇ ਕੱਤਕ ਦਾ ਜਿਹੜਾ ਮਹੀਨਾ ਹੈ, ਇਹ ਡੰਬਰ ਕਰਦੇ ਹਨ, ਕੌਤਕ ਕਰਦੇ ਹਨ। ਤੇ ਉਹ ਕੌਤਕ ਕਿਹੜੇ, ਕਾਰਜ ਕਿਹੜੇ, ਉਹ ਸਤਿਗੁਰੂ ਜੀ ਨੇ ਇਹਨਾਂ ਦੋਨਾਂ ਮਹੀਨਿਆਂ ਦੀ ਆਰੰਭਕ ਪੰਕਤੀਆਂ ਦੇ ਵਿੱਚ ਸਾਨੂੰ ਬਖਸ਼ਿਸ਼ ਕਰਕੇ ਸਮਝਾਇਆ ਕਿ ਅਸੁਨ ਪ੍ਰੇਮ ਉਮਾਹੜਾ। ਅਸੂ ਦਾ ਮਹੀਨਾ ਸਾਨੂੰ ਸਮਝਾ ਰਿਹਾ, ਭਾਈ ਜੇਕਰ ਸ਼ੀਤਲਤਾ ਦੀ ਪ੍ਰਾਪਤੀ ਕਰਨੀ, ਮਾਲਕ ਜੀ ਦੇ ਦਰ ਤੇ ਪ੍ਰਾਪਤ ਹੋਣਾ, ਮਾਲਕ ਜੀ ਦਾ ਦਰ ਪ੍ਰਾਪਤ ਕਰਨਾ, ਮਾਲਕ ਜੀ ਦੇ ਦਰ ਦੇ ਉੱਪਰ ਪ੍ਰਵਾਨ ਹੋਣਾ ਨਾ, ਤੇ ਪਹਿਲਾ ਅਡੰਬਰ, ਪਹਿਲਾ ਕਾਰਜ ਇਹ ਕਰ ਕਿ ਤੇਰੇ ਹਿਰਦੇ ਦੇ ਵਿੱਚ ਮਾਲਕ ਪ੍ਰਤੀ, ਵਾਹਿਗੁਰੂ ਜੀ ਪ੍ਰਤੀ ਪ੍ਰੇਮ ਜਿਹੜਾ ਉਹ ਪੈਦਾ ਹੋ ਜਾਵੇ। ਜੇਕਰ ਹਿਰਦੇ ਦੇ ਵਿੱਚ ਪ੍ਰੇਮ ਪ੍ਰਗਟ ਨਹੀਂ ਹੋ ਰਿਹਾ, ਤੇ ਫਿਰ ਕਿਸੇ ਪ੍ਰਕਾਰ ਵੀ ਜਿਹੜਾ ਮਾਲਕ ਜੀ ਦੇ ਦਰ ਤੇ ਅਸੀਂ ਪ੍ਰਵਾਨ ਨਹੀਂ ਹੋ ਸਕਦੇ ਹਾਂ। ਹਿਰਦੇ ਦੇ ਅੰਦਰ ਪ੍ਰੇਮ ਹੈ ਤੇ ਮਾਲਕ ਜੀ ਦੀ ਕਿਰਪਾ ਦੇ ਪਾਤਰ ਹਾਂ, ਤੇ ਅੰਮ੍ਰਿਤ ਵੇਲੇ ਦੀ ਜਾਗ, ਅੰਮ੍ਰਿਤ ਵੇਲੇ ਦਾ ਜਾਗਣਾ ਆਪਣੇ ਆਪ ਹੀ ਪ੍ਰਾਪਤ ਹੋਵੇਗਾ। ਫਿਰ ਮਨੁੱਖ ਨੂੰ, ਗੁਰਸਿੱਖ ਪਿਆਰਿਆਂ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਆ ਜਾਵੇਗੀ। ਬਾਣੀ ਪੜਨ ਦਾ ਢੰਗ ਤੇ ਬਾਣੀ ਪੜਨ ਦਾ ਆਨੰਦ ਪ੍ਰਾਪਤ ਹੋਵੇਗਾ। ਫਿਰ ਇੱਕ ਮਨ ਦੇ ਵਿੱਚ ਚਾਹ ਹੋਵੇਗਾ ਕਿ ਹੋਰ ਬਾਣੀ ਪੜੀ ਜਾਵੇ, ਕਿਉਂਕਿ ਉਹਦੇ ਨਾਲ ਪ੍ਰੇਮ ਹੈ ਨਾ, ਤੇ ਪ੍ਰੇਮ ਦੀਆਂ ਗੱਲਾਂ ਕਰਦਿਆਂ ਕਦੇ ਥਕਾਵਟ ਥੋੜੀ ਮਹਿਸੂਸ ਹੁੰਦੀ ਹੈ। ਫਿਰ ਤਾਂ ਇੱਕ ਜਪਜੀ ਦਾ ਜਾਪ ਕਰ ਲਿਆ ਜੀ, ਇੱਕ ਹੋਰ ਕਰੀਏ, ਅਜੇ ਆਨੰਦ ਦੀ ਪ੍ਰਾਪਤੀ ਹੋ ਰਹੀ, ਬੜਾ ਆਨੰਦ ਆ ਰਿਹਾ ਹੈ ਬਾਣੀ ਪੜਦਿਆਂ ਹੋਇਆ, ਬੜਾ ਆਨੰਦ ਪ੍ਰਾਪਤ ਹੋ ਰਿਹਾ, ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆ ਬੜਾ ਆਨੰਦ ਪ੍ਰਾਪਤ ਹੋ ਰਿਹਾ, ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆ। ਪਰ ਜੇਕਰ ਅੰਦਰ ਚਾਅ ਨਹੀਂ ਪੈਦਾ ਹੋਇਆ, ਅੰਦਰ ਪ੍ਰੇਮ ਨਹੀਂ ਪੈਦਾ ਹੋਇਆ, ਸਿਰਫ ਦਿਖਾਵਾ ਹੈ ਕਿ ਅਸੀਂ ਇਹ ਕਾਰਜ ਕਰਨਾ ਹੈ, ਜਾਂ ਫਿਰ ਕਿਹਾ ਜਾ ਰਿਹਾ ਕਿ ਜਪਜੀ ਦਾ ਜਾਪ ਕਰ ਲਿਆ ਜਾਵੇ, ਇਹ ਕਰਨਾ ਹੀ ਪੈਣਾ, ਜਾਂ ਫਿਰ 5 ਪਿਆਰੇ ਸਹਿਬਾਨ ਜੀ ਨੇ ਹੁਕਮ ਲਗਾਇਆ ਸੀ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਕਿ ਭਾਈ ਗੁਰਸਿੱਖ ਪਿਆਰਿਓ ਨਿਤਨੇਮ ਦੇ ਧਾਰਨੀ ਹੋਣਾ, ਤਾਂ ਭਾਈ ਹੁਣੇ ਫਿਰ ਗੱਲ ਮੰਨਣੀ ਪਵੇਗੀ। ਤਾਂ ਸਤਿਗੁਰੂ ਜੀ ਸਮਝਾਉਂਦੇ ਹਨ, ਭਾਈ ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਫਿਰ ਤਾਂ ਬੱਧੇ ਚੱਟੀ ਵਾਲੀ ਗੱਲ ਹੈ ਜੀ, ਉਹ ਫਿਰ ਪ੍ਰੇਮ ਨਹੀਂ ਹੋਵੇਗਾ। ਤਾਂ ਇਸ ਗੱਲ ਵਾਸਤੇ ਨੇ ਇੱਕ ਉਦਾਹਰਨ ਅਕਸਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਕਿ ਸਾਡੇ ਪਰਿਵਾਰ ਦਾ ਮੰਨ ਲਓ ਕੋਈ ਵੀ ਜੀ ਪ੍ਰਦੇਸ਼ ਗਿਆ ਹੈ ਨਾ, ਤੇ ਜਿਹਦੇ ਨਾਲ ਸਾਡਾ ਬੜਾ ਪਿਆਰ ਹੈ, ਅਸੀਂ ਘੰਟਿਆਂ ਬੱਧੀ ਉਸ ਦੇ ਨਾਲ ਗੱਲਾਂ ਕਰ ਸਕਦੇ ਹਾਂ, ਤੇ ਗੱਲਾਂ ਕਰਦਿਆਂ ਕਦੇ ਅਕੇਵਾ ਕਦੇ ਥਕੇਵਾ ਹੋਵੇਗਾ ਹੀ ਨਹੀਂ।
ਪਰ ਜਿਹਦੇ ਨਾਲ ਪਿਆਰ ਨਹੀਂ ਨਾ, ਉਹਦੇ ਨਾਲ ਗੱਲਬਾਤ ਦੀ ਰਮਤਾ ਬਾਅਦ ਵਿੱਚ ਹੋਵੇਗੀ। ਪਹਿਲਾਂ ਹੀ ਅਸੀਂ ਕਿਸੇ ਨਾ ਕਿਸੇ ਕਾਰਜ ਦਾ ਬਹਾਨਾ ਕਰਨਾ ਆਰੰਭ ਕਰ ਦੇਵਾਂਗੇ ਕਿ ਅਸੀਂ ਰੁੱਝੇ ਹੋਏ ਹਾਂ, ਕੋਈ ਮਿਲਣ ਵਾਸਤੇ ਆ ਗਿਆ, ਮੈਂ ਬਾਅਦ ਵਿੱਚ ਕਰਦਾ ਹਾਂ, ਕਿਉਂਕਿ ਪਿਆਰ ਨਹੀਂ ਹੈ। ਤੇ ਜਿੱਥੇ ਪ੍ਰੇਮ ਉੱਥੇ ਘਰ ਦੇ ਕੰਮ, ਘਰੇਲੂ ਕਾਰਜ ਜਿਹੜੇ ਉਹਨਾਂ ਨੂੰ ਕਰਦਿਆਂ ਹੋਇਆ ਵੀ ਅਸੀਂ ਆਪਣੇ ਪਿਆਰੇ ਦੇ ਨਾਲ ਜੋ ਪ੍ਰਦੇਸ਼ ਦੇ ਵਿੱਚ ਬੈਠਾ ਹੋਇਆ ਉਹਦੇ ਨਾਲ ਬੜੀਆਂ ਲੰਬੀਆਂ ਗੱਲਾਂ ਕਰ ਸਕਦੇ ਹਾਂ। ਇਵੇਂ ਹੀ ਮਾਲਕ ਜੀ ਪ੍ਰਤੀ ਜੇਕਰ ਹਿਰਦੇ ਦੇ ਵਿੱਚ ਪ੍ਰੇਮ ਹੈ, ਚਾਉ ਹੈ, ਤਾਂ ਕਦੇ ਵੀ ਨਾਮ ਜਪਣ ਤੋਂ ਅਕੇਵਾਂ ਦੇ ਥਕੇਵਾਂ ਪ੍ਰਾਪਤ ਨਹੀਂ ਹੋਵੇਗਾ। ਇੱਕ ਚਾਹ ਹੋਵੇਗਾ ਘਰ ਦੇ ਕਾਰਜ ਕਰਦਿਆਂ, ਘਰੇਲੂ ਕੰਮ ਕਰਦਿਆਂ ਹੋਇਆਂ ਵੀ ਵਾਹਿਗੁਰੂ ਜੀ ਦਾ ਸਿਮਰਨ ਜਿਹੜਾ ਉਹਦਾ ਕਦੇ ਅਸੀਂ ਤਿਆਗ ਨਹੀਂ ਕਰਦੇ ਹੋਵਾਂਗੇ। ਉਹ ਨਿਰੰਤਰ ਸਿਮਰਨ ਚੱਲਦਾ ਹੋਵੇਗਾ, ਸ਼ਬਦ ਜਾਪ ਚੱਲਦਾ, ਕਿਉਂਕਿ ਪ੍ਰੇਮ ਹੈ। ਤਾਂ ਸਤਿਗੁਰੂ ਜੀ ਨੇ ਸਮਝਾਇਆ, ਪਹਿਲਾ ਆਡੰਬਰ, ਪਹਿਲਾ ਕਾਰਜ ਭਾਈ ਇਹ ਕਰਨਾ ਕਿ ਹਿਰਦੇ ਦੇ ਵਿੱਚ ਮਾਲਕ ਪ੍ਰਤੀ ਜਿਹੜਾ ਪ੍ਰੇਮ ਹੈ ਉਹ ਪ੍ਰਗਟ ਹੋ ਜਾਵੇ। ਜਦੋਂ ਪ੍ਰੇਮ ਪ੍ਰਗਟ ਹੋ ਗਿਆ ਤੇ ਮਨੁੱਖ ਦੇ ਕਾਰਜ ਫਿਰ ਉਸੇ ਪ੍ਰਕਾਰ। ਦੂਜਾ ਆਡੰਬਰ ਸਤਿਗੁਰੂ ਜੀ ਨੇ ਸਮਝਾਇਆ, ਮਨੁੱਖ ਨੇ ਕਰਨਾ ਕਤਕ ਕਰਮ ਕਮਾਵਣ। ਫਿਰ ਭਾਈ ਜਿਹੜੇ ਕਾਰਜ ਹੈ ਨਾ ਉਹ ਬੜੇ ਸੁਚੱਜੇ ਹੋਵਣ, ਕੰਮ ਐਸਾ ਨਾ ਹੋਵੇ ਕਿ ਬਾਅਦ ਵਿੱਚ ਪਛਤਾਉਣਾ ਪਵੇ। ਸਤਿਗੁਰੂ ਜੀ ਸਮਝਾਉਂਦੇ, ਐਸਾ ਕੰਮ ਮੂਲੈ ਨ ਕੀਚੈ ਜਿਤਿ ਅੰਤ ਪਛੋਤਾਈ। ਬਾਅਦ ਵਿੱਚ ਪਛਤਾਉਣਾ ਨਾ ਪਵੇ ਕੰਮ ਕਰਕੇ ਕਿ ਭਾਈ ਇਹ ਕਾਰਜ ਦਾ ਲਾਭ ਨਹੀਂ, ਨੁਕਸਾਨ ਪ੍ਰਾਪਤ ਹੋਇਆ। ਤਾਂ ਸਤਿਗੁਰੂ ਜੀ ਆਖਦੇ, ਭਾਈ ਪਹਿਲਾਂ ਪ੍ਰੇਮ ਪੈਦਾ ਕਰੋ ਹਿਰਦੇ ਦੇ ਵਿੱਚ, ਫਿਰ ਸੁਚੱਜੇ ਕਾਰਜ ਜੀਵਨ ਦੇ ਵਿੱਚ ਆਰੰਭ ਹੋਵਣਗੇ ਤੇ ਮਾਲਕ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਵਾਂਗੇ। ਵਿਛੋੜੇ ਦਾ ਕਾਰਨ ਵੀ ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਆਰੰਭ ਦੇ ਵਿੱਚ। ਮਾਲਕ ਜੀ ਨੇ ਕਿਰਪਾ ਕੀਤੀ, ਸਤਿਗੁਰੂ ਜੀ ਸਮਝਾਉਂਦੇ, ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਹਲੋ ਰਾਮ। हे ਮਾਲਕ ਜੀ, ਕਿਰਪਾ ਕਰਕੇ ਆਪਣੇ ਚਰਨਾਂ ਦਾ ਜਿਹੜਾ ਮਿਲਾਪ ਹੈ ਉਸ ਦੀ ਦਾਤ ਬਖਸ਼ਿਸ਼ ਕਰੋ ਜੀ। ਤਾਂ ਸਤਿਗੁਰੂ ਜੀ ਨੇ ਸਮਝਾਇਆ, ਇਹ ਹੁਣ ਦੂਸਰਾ ਮਹੀਨਾ ਆਡੰਬਰ ਦੇ ਰੂਪ ਦੇ ਵਿੱਚ ਮਾਲਕ ਜੀ ਨੂੰ ਮਿਲਣ ਵਾਸਤੇ, ਕਿਉਂਕਿ ਬੜੀ ਗਰਮੀ ਸੀ ਪਹਿਲਾਂ, ਤੇ ਗਰਮੀ ਤੋਂ ਨਿਜਾਤ ਪਾਉਣ ਵਾਸਤੇ ਨਾ ਅਸੀਂ ਬੜੇ ਯਤਨ ਕਰਦੇ ਸਾਂ। ਪਰਮਾਤਮਾ ਜੀ ਸ਼ੀਤਲ ਹਨ ਤੇ ਅਸੀਂ ਜੋ ਸੰਸਾਰ ਹੈ ਨਾ ਇਹ ਫਿਰ ਗਰਮੀ ਹੈ, ਤਪਸ਼ ਹੈ, ਤੇ ਮਨੁੱਖ ਯਤਨ ਕਰਦਾ ਤਪਸ਼ ਤੋਂ ਸ਼ੀਤਲਤਾ ਵਾਲੇ ਪਾਸੇ ਨੂੰ ਜਾਣ ਦੇ ਕਾਰਜ ਕੀਤੇ ਜਾਵਨ। ਜੀਵਨ ਦੀ ਤਪਸ਼ ਘਟ ਜਾਵੇ ਤੇ ਜਿਹੜੀ ਸ਼ੀਤਲਤਾ ਉਸ ਦੀ ਪ੍ਰਾਪਤੀ ਹੋ ਜਾਵੇ। ਤੇ ਸਤਿਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਮਨੁੱਖ ਦਾ ਜੀਵਨ ਤਪਦਾ ਪਿਆ, ਤੇ ਤਪਦਾ ਕਿਉਂ ਪਿਆ ਉਹ ਮਾਲਕ ਜੀ ਸਮਝਾਉਂਦੇ ਹਨ, ਬਿਨ ਸਿਮਰਨ ਇਉਂ ਜੀਵਨ ਬਲਣਾ। ਸਿਮਰਨ ਤੋਂ ਬਿਨਾ, ਭਜਨ ਬੰਦਗੀ ਤੋਂ ਬਿਨਾ ਜਿਹੜਾ ਜੀਵਨ ਹੈ ਉਹ ਬਲਦਾ ਪਿਆ ਹੈ। ਤਾਂ ਸਤਿਗੁਰੂ ਜੀ ਇਹ ਸ਼ੀਤਲਤਾ ਫਿਰ ਕਿਸ ਪ੍ਰਕਾਰ ਪ੍ਰਾਪਤ ਹੋਵੇ? ਸਵਾਲ ਕੀਤਾ ਜਗਿਆਸੂ ਮਨੁੱਖਾਂ ਨੇ, ਮਾਲਕਾ ਚੰਦਨ ਦੀ ਜਿਹੜੀ ਛਾਂ ਹੈ ਜਾਂ ਚੰਦਨ ਦੇ ਰੁੱਖ ਦੇ ਹੇਠਾਂ ਬੈਠਿਆਂ ਕੀ ਸ਼ੀਤਲਤਾ ਪ੍ਰਾਪਤ ਹੋ ਸਕਦੀ? ਕੀ ਚੰਦਰਮੇ ਦੀ ਜਿਹੜੀ ਚਾਂਦਨੀ ਹੈ ਉਹ ਸਾਨੂੰ ਸ਼ੀਤਲਤਾ ਦੇ ਸਕਦੀ? ਜਾਂ ਫਿਰ ਜਿਹੜੀ ਸਿਆਲ ਦੀ ਰੁੱਤ ਹੈ ਕੀ ਉਹ ਹਿਰਦੇ ਨੂੰ ਸ਼ਾਂਤ ਕਰ ਸਕਦੀ ਹੈ? ਤਾਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿਟਾਈ ਕਾਮ। ਭਾਈ ਇਹ ਜਿਹੜੇ ਕਾਰਜ ਨੇ ਇਹ ਤਾਂ ਬਾਹਰੀ ਹਨ, ਇਹ ਸ਼ੀਤਲਤਾ ਬਾਹਰੀ ਪ੍ਰਦਾਨ ਕਰਨਗੇ ਸਰੀਰ ਨੂੰ। ਅੰਦਰ ਦੀ ਸ਼ੀਤਲਤਾ ਵਾਸਤੇ ਮਾਲਕ ਜੀ ਕੀ ਕੀਤਾ ਜਾਵੇ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਉਹ ਹੀ ਅੰਦਰੋਂ ਸ਼ੀਤਲ ਹੋਵਣਗੇ ਜਾਂ ਸ਼ੀਤਲਤਾ ਦੀ ਉਹਨਾਂ ਨੂੰ ਪ੍ਰਾਪਤੀ ਹੋਵੇਗੀ ਜਿਹੜੇ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ। ਕਿਉਂਕਿ ਬਾਹਰੀ ਜਿਹੜੀ ਠੰਡਕ ਹੈ ਜਾਂ ਬਾਹਰੀ ਜਿਹੜਾ ਮੌਸਮ ਹੈ ਉਹ ਤਬਦੀਲ ਹੋ ਚੁੱਕਾ ਜੀ। ਗਰਮੀ ਜਿਹੜੀ ਉਹ ਬੜੀ ਘਟ ਗਈ, ਪਹਿਲਾਂ ਪੱਖੇ ਵੀ ਚੱਲਦੇ ਸੀ, ਕੂਲਰ ਏਸੀ ਵੀ, ਫਿਰ ਵੀ ਜਿਹੜਾ ਬੈਠਣਾ ਸੀ ਬੜਾ ਮੁਸ਼ਕਲ ਹੁੰਦਾ ਸੀ। ਪਰ ਹੁਣ ਬਿਨਾਂ ਪੱਖਿਆਂ ਤੋਂ ਵੀ ਬੈਠੇ ਹਾਂ, ਬਾਹਰ ਤਬਦੀਲੀ ਆ ਚੁੱਕੀ, ਬਾਹਰ ਦੀ ਤਪਸ਼ ਜਿਹੜੀ ਉਹ ਲਗਭਗ ਖਤਮ ਹੋ ਚੁੱਕੀ ਹੈ। ਹੁਣ ਅੰਦਰ ਦੀ ਤਪਸ਼ ਨੂੰ ਖਤਮ ਕਰਨਾ
ਅੰਦਰ ਸ਼ੀਤਲਤਾ ਪ੍ਰਾਪਤ ਕਰਨੀ, ਤੇ ਉਹਦੇ ਵਾਸਤੇ ਸਤਿਗੁਰੂ ਜੀ ਆਖਦੇ ਭਾਈ ਨਾਮ ਜਪਿਆ ਕਰ, ਕਿਉਂਕਿ ਅੰਦਰ ਤਪਸ਼ ਹੈ ਨਾ। ਬਾਬਾ ਸ਼ੇਖ ਫਰੀਦ ਜੀ ਨੇ ਸਾਨੂੰ ਸਮਝਾਇਆ ਹੈ, ਉਹ ਆਖਦੇ ਹਨ ਕਿ ਜਿਨਾ ਬੁੱਝੇ ਕਿ ਜਿਨਾ ਸੁਝੇ ਦੁਨੀਆ ਗੁੱਜੀ ਪਾਏ। ਹੁਣ ਦੁਨੀਆ ਦੇ ਅੰਦਰ ਲੁਕਾਈ ਦੇ ਅੰਦਰ ਹਿਰਦੇ ਦੇ ਵਿੱਚ ਤਪਸ਼ ਹੀ ਤਪਸ਼, ਅੱਗ ਹੀ ਅੱਗ ਹੈ ਜੀ। ਤੇ ਉਸ ਨੂੰ ਬੁਝਾਉਣ ਵਾਸਤੇ, ਖਤਮ ਕਰਨ ਵਾਸਤੇ ਫਿਰ ਸੁਚੱਜੇ ਕਾਰਜ, ਪਹਿਲਾ ਕਾਰਜ ਪ੍ਰੇਮ ਜਿਹੜਾ ਹਿਰਦੇ ਦੇ ਵਿੱਚ ਪੈਦਾ ਕੀਤਾ ਜਾਵੇ। ਫਿਰ ਜਿਹੜੇ ਸੁਚੱਜੇ ਕਰਮ ਜਿਹੜੇ ਹਨ ਉਹ ਕੀਤੇ ਜਾਵਨ ਤਾਂ ਮਾਲਕ ਜੀ ਦੀ ਪ੍ਰਾਪਤੀ ਹੁੰਦੀ, ਅੰਦਰ ਦੀ ਸ਼ੀਤਲਤਾ ਪ੍ਰਾਪਤ ਹੁੰਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਦੇ ਵਿੱਚ ਜੋ ਇਸ ਮਹੀਨੇ ਦੇ ਸੰਬੰਧ ਦੇ ਵਿੱਚ ਹੈ, ਵੈਸੇ ਜੀ ਬੇਨਤੀ ਕਰੀਏ 12 ਪੜਾਅ ਹਨ ਜੋ ਸਤਿਗੁਰੂ ਜੀ ਨੇ ਸਾਨੂੰ ਸਮਝਾਏ ਹਨ ਕਿ ਗੁਰਸਿੱਖ ਪਿਆਰਿਆ ਅੰਦਰ ਝਾਤੀ ਮਾਰ ਕੇ ਵੇਖ ਕਿ ਤੇਰਾ ਜਿਹੜਾ ਜੀਵਨ ਹੈ ਇਹਨਾਂ 12 ਪੜਾਵਾਂ ਦੇ ਵਿੱਚ ਕਿੱਥੇ ਕੋ ਹੈ। ਜੇਕਰ ਤਾਂ ਅੰਦਰ ਤਪਸ਼ ਹੀ ਤਪਸ਼ ਹੈ ਜੀ, ਅੰਦਰ ਬਾਹਰ ਤਪਦਾ ਪਿਆ, ਤਾਂ ਸਤਿਗੁਰੂ ਜੀ ਸਮਝਾਉਂਦੇ ਹਨ ਆਸਾੜ ਤਪੰਦਾ ਤਿਸ ਲੱਗਾ ਹਰ ਨਾਹੋ ਨ ਜਿੰਨਾ ਪਾਸ। ਭਾਈ ਉਹਨਾਂ ਦੇ ਅੰਦਰ ਹੀ ਤਪਸ਼ ਹੈ, ਜਾਂ ਉਹਨਾਂ ਨੂੰ ਹੀ ਇਹ ਮਹੀਨਾ ਜਾਂ ਇਹ ਪੜਾ ਤਪਦਾ ਹੋਇਆ ਲੱਗਦਾ ਜਿਨ੍ਹਾਂ ਦੇ ਕੋਲ ਮਾਲਕ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ। ਤੇ ਫਿਰ ਜੇਕਰ ਦੁਵਿਧਾ ਦੇ ਵਿੱਚ ਹੀ ਤੁਰੇ ਫਿਰਦੇ ਜੇ, ਅੰਮ੍ਰਿਤ ਛਕ ਲਿਆ ਜਾਵੇ ਨਾ ਛਕ ਲਿਆ ਜਾਵੇ, ਗੁਰੂ ਵਾਲੇ ਬਣੀਏ ਨਾ ਬਣੀਏ ਜੀ, ਬਾਣੀ ਪੜ੍ਹੀਏ ਨਾ ਪੜ੍ਹੀਏ ਜੀ, ਅੰਮ੍ਰਿਤ ਵੇਲੇ ਜਾਗਦੇ ਹਾਂ ਅੱਜ ਨਹੀਂ ਕੱਲ ਤੋਂ ਜਾਗਣਾ ਆਰੰਭ ਕਰਾਂਗੇ, ਤਾਂ ਅਸੀਂ ਦੁਵਿਧਾ ਦੇ ਵਿੱਚ ਹਾਂ। ਅੱਜ ਇਹ ਨਹੀਂ ਕਾਰਜ ਕਰਨਾ, ਕੱਲ ਤੋਂ ਇਸ ਕਾਰਜ ਦੀ ਆਰੰਭਤਾ ਕਰਨੀ, ਤੇ ਉਹ ਕੱਲ ਕਦੇ ਆਵੇਗਾ ਹੀ ਨਹੀਂ ਜੀ। ਆ ਥੋੜਾ ਜਿਹਾ ਰੋਕੇ ਨਾ ਤੇ ਫਿਰ ਬਾਣੀ ਪੜ੍ਹਨੀ ਆਰੰਭ ਕਰਦੇ ਹਾਂ। ਆ ਕੋਈ ਕਾਰਜ ਕਰ ਲਈਏ ਫਿਰ ਉੱਠਦੇ ਹਾਂ, ਫਿਰ ਮਾਲਕ ਦਾ ਨਾਮ ਜਪਦੇ, ਤਾਂ ਦੁਵਿਧਾ ਦੇ ਵਿੱਚ ਹਾਂ ਜੀ। ਦੋ ਭਾਅ ਦੋ ਰਾਹੇ ਦੇ ਉੱਪਰ ਖਲੋਤੇ ਹੋਏ, ਮਾਲਕ ਜੀ ਦੇ ਨਾਮ ਦੇ ਉੱਪਰ, ਧਰਮ ਦੇ ਨਾਮ ਦੇ ਉੱਪਰ ਭਰਮ ਵੀ ਪੈਦਾ ਜੇ। ਜੋ ਮਾਲਕ ਜੀ ਨੇ ਰਸਤਾ ਦੱਸਿਆ ਸੀ ਉਹ ਅਲੱਗ, ਤੇ ਅਸੀਂ ਧਰਮ ਦੇ ਨਾਂ ਦੇ ਉੱਪਰ ਜਿਹੜੇ ਕਰਮ ਕਾਂਡ ਹੋ ਰਹੇ, ਜੇਕਰ ਉਹਨਾਂ ਦੇ ਵਿੱਚ ਹੀ ਫਸੇ ਹੋਏ ਹਾਂ ਦੁਵਿਧਾ ਦੇ ਵਿੱਚ, ਤੇ ਫਿਰ ਜੀਵਨ ਅਜੇ ਭਾਦੋਂ ਦੇ ਵਿੱਚ ਹੈ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਪਰ ਜੇਕਰ ਬਿਲਕੁਲ ਤਪਸ਼ ਦੀ ਜਗ੍ਹਾ ਦੇ ਉੱਪਰ ਇੰਨੀ ਸ਼ੀਤਲਤਾ ਜਾਂ ਇੰਨੀ ਠੰਡ ਅੰਦਰ ਵਰਤ ਗਈ ਕਿ ਮਨੁੱਖ ਜਿਹੜਾ ਹੈ ਉਹ ਬਿਲਕੁਲ ਹੀ ਜੰਮਿਆ ਹੋਇਆ, ਤੇ ਫਿਰ ਸਤਿਗੁਰੂ ਜੀ ਨੇ ਆਖ ਦਿੱਤਾ ਭਾਈ ਇਹ ਤਾਂ ਪੋਹ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਪਿਆ ਹੈ। ਹੁਣ ਸਤਿਗੁਰੂ ਜੀ ਨੇ ਜਿਹੜਾ ਇਹ ਪੜਾਅ ਦੱਸਿਆ ਨਾ ਕਿ ਜੇਕਰ ਜੀਵਨ ਦੇ ਵਿੱਚ ਥੋੜੀ ਜਿਹੀ ਤਬਦੀਲੀ ਆ ਗਈ, ਥੋੜੀ ਜਿਹੀ ਸ਼ੀਤਲਤਾ ਪ੍ਰਾਪਤ ਹੋ ਗਈ, ਕਰਮ ਸੁਚੱਜੇ ਹੋ ਗਏ ਹਨ, ਤਾਂ ਮਾਲਕ ਸਮਝਾ ਰਹੇ ਕਿ ਫਿਰ ਕੱਤਕ ਵਾਲਾ ਜਿਹੜਾ ਜੀਵਨ ਹੈ ਨਾ ਉਸ ਦੀ ਪ੍ਰਾਪਤੀ ਹੈ ਜੀ। ਵੈਸੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਅਸੀਂ ਆਨੰਦ ਕਾਰਜ ਦੇ ਦੌਰਾਨ ਪਾਵਨ ਬਾਣੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਜੋ ਉਚਾਰਨ ਕੀਤੀ ਹੋਈ, ਸੋਹੀ ਰਾਗ ਦੇ ਵਿੱਚ ਜਿਸ ਨੂੰ ਅਸੀਂ ਲਾਵਾਂ ਦਾ ਪਾਠ ਵੀ ਕਹਿ ਦਿੰਦੇ ਹਾਂ। ਸਤਿਗੁਰੂ ਜੀ ਨੇ ਪਹਿਲਾ ਕਰਮ, ਪਹਿਲਾ ਜਿਹੜਾ ਇੱਕ ਬਚਨ ਹੈ ਉਹ ਸਾਨੂੰ ਸਮਝਾਇਆ ਹੈ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਪਹਿਲਾ ਇੱਕ ਬਚਨ ਜਿਹੜਾ ਉਹ ਇਹ ਹੈ ਕਿ ਭਾਈ ਕਰਮ ਜਿਹੜਾ ਉਹ ਸਾਡੇ ਅੰਦਰ ਪੱਕਾ ਦ੍ਰਿੜ ਹੋ ਜਾਵੇ। ਜੇਕਰ ਤਾਂ ਨਿਤਨੇਮ ਨਹੀਂ ਅਸੀਂ ਕਦੇ ਵੀ ਭੁੱਲਦੇ ਜੀ, ਅੰਮ੍ਰਿਤ ਵੇਲੇ ਦਾ ਜਾਗਣਾ ਅਸੀਂ ਕਦੇ ਨਹੀਂ ਭੁੱਲਦੇ ਹਾਂ। ਜੇਕਰ ਅਸੀਂ ਕਦੇ ਵੀ ਮਾਲਕ ਜੀ ਦੀ ਕਿਰਪਾ ਸਦਕਾ ਚੰਗੇ ਕਾਰਜਾਂ ਤੋਂ ਪਿਛਾਂਹ ਨਹੀਂ ਹਟੇ, ਸ਼ੁਭ ਕਾਰਜ ਕਰਦੇ ਪਏ, ਬਾਣੀ ਪੜ੍ਹਦੇ ਪਏ ਹਾਂ, ਅੰਮ੍ਰਿਤ ਵੇਲੇ ਦੇ ਜਾਗਣੇ ਜਾਗਦੇ ਹਾਂ, ਮਾਲਕ ਜੀ ਦੀ ਕਿਰਪਾ ਸਦਕਾ ਸਹਿਜ ਪਾਠ ਵੀ ਕਰਦੇ ਪਏ, ਤੇ ਸਮਝੋ ਫਿਰ ਪਹਿਲੀ ਲਾਮ ਦਾ ਜਿਹੜਾ ਪਾਠ ਹੈ ਉਹ ਸਾਡੇ ਜੀਵਨ ਦੇ ਵਿੱਚ ਵਸਿਆ ਹੈ। ਕਰਮ ਸਾਡੇ ਅੰਦਰ ਪੱਕਾ ਹੈ ਕਿ ਭਾਈ ਇਹ ਕਾਰਜ ਕਰਨਾ, ਫਿਰ ਅਗਲੇ ਪੜਾਵਾਂ ਦੀ ਆਰੰਭਤਾ ਹੋਵੇਗੀ। ਇੱਥੇ ਸਤਿਗੁਰੂ ਜੀ ਸਮਝਾ ਰਹੇ ਹਨ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਭਾਈ ਮਨੁੱਖ ਜਿਹੜਾ ਕਾਰਜ ਕਰਦਾ ਪਿਆ ਨਾ, ਜਿਤਨੇ ਵੀ ਇਸ ਦੇ ਜੀਵਨ ਦੇ ਵਿੱਚ ਮਾਲਕ ਜੀ ਤੋਂ ਵਿਛੋੜੇ ਦੇ ਸਮੇਂ ਆ ਰਹੇ ਨਾ, ਇਹ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ ਹੈ।
ਇਹ ਜਿਹੜੇ ਇਹਨੇ ਕੰਮ ਕੀਤੇ ਨਾ, ਉਹਨਾਂ ਕੰਮਾਂ ਕਰਕੇ ਹੀ ਵਿਛੋੜਾ, ਕਿਉਂਕਿ ਸਤਿਗੁਰੂ ਜੀ ਰਮਤਾ ਦੇ ਵਿੱਚ ਸਮਝਾ ਰਹੇ ਹਨ ਕਿ ਜੋ ਮਾਲਕ ਜੀ ਦੇ ਨਾਲੋਂ ਵਿਛੋੜਾ ਕਰਮ, ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ। ਹੁਣ ਕਿਰਤ ਕਰਕੇ, ਆਪਣੇ ਕਰਮਾਂ ਕਰਕੇ, ਕੰਮਾਂ ਕਰਕੇ ਮਾਲਕ ਜੀ ਤੋਂ ਵਿਛੋੜਾ ਪਿਆ ਹੋਇਆ, ਤੇ ਸਤਿਗੁਰੂ ਜੀ ਆਖਦੇ ਭਾਈ ਦੋਸ਼ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਹੈ। ਦੱਦਾ ਦੋਸ਼ ਨ ਦੇਹੂ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। ਭਾਈ ਦੋਸ਼ ਕਿਸੇ ਵੀ ਰੂਪ ਦੇ ਵਿੱਚ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ ਜੀ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜੋ ਅਸੀਂ ਕਾਰਜ ਕਰਦੇ, ਜੋ ਅਸੀਂ ਬੀਜਦੇ ਹਨ, ਉਹੋ ਹੀ ਸਾਡੇ ਜੀਵਨ ਦੇ ਵਿੱਚ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਚੰਗਾ ਬੀਜ ਬੀਜਾਂਗੇ, ਚੰਗਾ ਕੁਝ ਪ੍ਰਾਪਤ ਹੋਵੇਗਾ। ਮਾੜਾ ਕੁਝ ਬੀਜਦੇ ਹੋਵਾਂਗੇ ਤੇ ਮਾੜਾ ਹੀ ਪ੍ਰਾਪਤ ਹੋਵੇਗਾ। ਬਾਬਾ ਸ਼ੇਖ ਫਰੀਦ ਜੀ ਬੜਾ ਸਪਸ਼ਟ ਸਾਨੂੰ ਸਮਝਾ ਰਹੇ ਹਨ। ਉਹ ਆਖਦੇ ਹਨ, ਸਮਝਾਉਂਦੇ ਹਨ, ਫਰੀਦਾ ਲੋੜੈ ਦਾਖ ਬਜੌੜੀਆ, ਕਿੱਕਰ ਬੀਜਾ ਜੱਟ, ਹੰਡਾ ਉਨ ਕਤਾਇਂ ਪੈਂਦਾ ਲੋੜੇ ਪਟ। ਬੀਜ ਕਿੱਕਰਾਂ ਦੇ ਤੇ ਆਖਦੇ ਹਾਂ ਕਿ ਬਜ਼ੌਰ ਦੇ ਇਲਾਕੇ ਦੀਆਂ ਦਾਖਾਂ, ਛੁਹਾਰੇ ਆਦਿਕ ਪ੍ਰਾਪਤ ਹੋਵਨ ਨਹੀਂ ਪਾਈ। ਜੋ ਬੀਜਿਆ ਉਹ ਵੱਢਣਾ ਪਵੇਗਾ। ਚੰਗਾ ਬੀਜਾਂਗੇ, ਚੰਗਾ ਪ੍ਰਾਪਤ ਹੋਵੇਗਾ। ਹੁਣ ਜਿਹੜੇ ਕਾਰਜ ਕੀਤੇ ਹਨ, ਤਾਈਓ ਸਤਿਗੁਰੂ ਜੀ ਆਖਦੇ ਨਾ ਸ਼ੁਭ ਕਰਮ ਕੀਤੇ ਜਾਵਨ। ਹੁਣ ਕੰਮਾਂ ਕਰਕੇ ਵਿਛੋੜਾ ਪਿਆ ਹੋਇਆ, ਤੇ ਦੋਸ਼ ਦੂਜੇ ਦੇ ਉੱਪਰ ਨਹੀਂ ਦਿੱਤਾ ਜਾ ਸਕਦਾ ਜੀ, ਕਿਉਂਕਿ ਅਸੀਂ ਆਪ ਕਾਰਜ ਇਸ ਪ੍ਰਕਾਰ ਦੇ ਕੀਤੇ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਭਾਈ ਮਾਲਕ ਵਾਹਿਗੁਰੂ ਜੀ ਤੋਂ ਵਿਛੋੜਾ ਪੈ ਗਿਆ ਨਾ, ਉਹਦਾ ਨਾਮ ਸਾਨੂੰ ਵਿਸਰ ਗਿਆ, ਉਹਦੀ ਯਾਦ ਸਾਨੂੰ ਭੁੱਲ ਗਈ, ਤੇ ਦੁਨਿਆਵੀ ਜਿਤਨੇ ਵੀ ਰੋਗ ਹਨ ਉਹ ਸਾਰੇ ਆਕਰ ਜ਼ੋਰ ਪਾਉਂਦੇ ਹਨ। ਸਤਿਗੁਰੂ ਜੀ ਨੇ ਸਮਝਾਇਆ, ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਦਾ ਹਾਂ ਤਾਂ ਜੀਵਨ ਹੈ, ਪਰ ਜੇਕਰ ਵਿਛੋੜਾ ਪੈ ਗਿਆ ਤੇ ਉਹ ਆਤਮਿਕ ਰੂਪ ਦੇ ਵਿੱਚ ਮੌਤ ਹੈ, ਦੁੱਖ ਹੈ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਭਾਈ ਵੇਖੋ ਜੀਵਨ ਕਿਸ ਪ੍ਰਕਾਰ ਦਾ ਹੈ ਜੀ, ਕਿ ਮਾਲਕ ਦੇ ਨਾਲ ਜੁੜਿਆ ਹੋਇਆ ਤਾਂ ਸੁਚੱਜਾ ਜੀਵਨ ਹੈ, ਪਰ ਜੇਕਰ ਵਿਛੋੜਾ ਪੈ ਗਿਆ ਤੇ ਉਹ ਆਤਮਿਕ ਰੂਪ ਦੇ ਵਿੱਚ ਮੌਤ ਹੈ ਜੀ। ਤਾਂ ਮਾਲਕ ਜੀ ਨੇ ਸਮਝਾਇਆ ਹੈ ਜੀ, ਹਰ ਬਿਸਰਤ ਸਦਾ ਖੁਆਰੀ। ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰਨ ਦੇ ਨਾਲ ਸਦੀਵ ਕਾਲ ਲਈ ਜਿਹੜੀ ਖੁਆਰੀ ਹੈ, ਉਸ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਤਿਗੁਰੂ ਜੀ ਨੇ ਸਮਝਾਇਆ, ਮਨੁੱਖ ਤੇਰੇ ਅੰਦਰ ਬੜੇ ਗੁਣ ਹੋ ਸਕਦੇ ਹਨ, ਤੂੰ ਗੁਣਾਂ ਦਾ ਮਾਲਕ ਹੋ ਸਕਦਾ, ਗੁਣਾਂ ਕਰਕੇ ਤੇਰੀ ਬੜੀ ਵਡਿਆਈ। ਪਰ ਜੇਕਰ ਮਾਲਕ ਜੀ ਦਾ ਨਾਮ ਤੈਨੂੰ ਵਿਸਰ ਗਿਆ ਨਾ, ਭੁੱਲ ਗਿਆ ਮਾਲਕ ਵਾਹਿਗੁਰੂ ਜੀ ਦਾ ਨਾਮ, ਤਾਂ ਜਿਤਨੇ ਵੀ ਗੁਣ ਹਨ ਉਹ ਸਾਰੇ ਦੇ ਸਾਰੇ ਤੇਰੇ ਗੁਣ ਉਹ ਗਲ ਜਾਂਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ, ਮਾਲਕ ਜੀ ਨੇ ਸਾਨੂੰ ਸਮਝਾਇਆ ਜੀ। ਤਾਂ ਪਰਮੇਸ਼ਰ ਨੂੰ ਭੁਲਾਉਣ ਦੇ ਨਾਲ ਮਾਲਕ ਵਾਹਿਗੁਰੂ ਜੀ ਦਾ ਨਾਮ ਵਿਸਰ ਗਿਆ, ਤਾਂ ਜਿਤਨੇ ਵੀ ਸੰਸਾਰਿਕ ਦੁੱਖ ਕਲੇਸ਼ ਆਦਿਕ ਹਨ ਉਹ ਜੀਵਨ ਦੇ ਵਿੱਚ ਆ ਜਾਂਦੇ ਜੀ। ਕਿਉਂਕਿ ਹਨੇਰਾ ਜੀਵਨ ਦੇ ਵਿੱਚ ਪੈਦਾ ਹੁੰਦਾ, ਤੇ ਹਨੇਰਾ ਮੂਲ ਕਾਰਨ ਬਣ ਜਾਂਦਾ ਹੈ ਦੁੱਖਾਂ ਦਾ। ਭੁਲੇਖੇ ਦੇ ਵਿੱਚ ਰਹਿੰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਤੇ ਭਗਤ ਰਵਿਦਾਸ ਜੀ ਸਮਝਾਉਂਦੇ ਹਨ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਅਵਿਦਿਆ ਅਗਿਆਨਤਾ ਹੀ ਕਾਰਨ ਹੈ, ਹਨੇਰਾ ਹੀ ਕਾਰਨ, ਤੇ ਉਹ ਜਿਹੜਾ ਹਨੇਰਾ ਹੈ ਉਹ ਮਾਲਕ ਜੀ ਤੋਂ ਵਿਛੋੜਾ ਪੈਣ ਕਰਕੇ ਜੀਵਨ ਦੇ ਵਿੱਚ ਆਇਆ ਜੀ। ਤਾਂ ਜਿਤਨੇ ਵੀ ਰੋਗ ਹਨ ਉਹ ਆ ਜਾਵਣਗੇ ਜੀਵਨ ਦੇ ਵਿੱਚ, ਜੇਕਰ ਅਸੀਂ ਮਾਲਕ ਵਾਹਿਗੁਰੂ ਜੀ ਦਾ ਨਾਮ ਭੁਲਾ ਦਿੰਦੇ ਹਾਂ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਭਾਈ ਮਾਲਕ ਜੀ ਤੋਂ ਬੇਮੁਖ ਹੋਣ ਦੇ ਨਾਲ ਨਾ ਕੱਲਾ ਇੱਕ ਜਨਮ ਦਾ ਨਹੀਂ, ਕਈਆਂ ਜਨਮਾਂ ਦੇ ਜਿਹੜੇ ਵਿਜੋਗ ਹਨ, ਵਿਛੋੜਾ ਹੈ ਨਾ, ਉਸ ਦੀ ਪ੍ਰਾਪਤੀ ਹੋ ਜਾਂਦੀ। ਉਹ ਵਿਜੋਗ ਦਾ ਦੁੱਖ ਜਿਹੜਾ ਉਹ ਜੀਵਨ ਦੇ ਵਿੱਚ ਆ ਜਾਂਦਾ ਹੈ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ, ਇਤਿਹਾਸ ਦੀ ਸਾਖੀ ਦੁਨੀ ਚੰਦ ਹੋਏ ਜੀ।
ਹੁਣ ਦੁਨੀ ਚੰਦ ਬੇਮੁਖ ਹੋ ਕੇ ਸਤਿਗੁਰੂ ਜੀ ਤੋਂ ਤੁਰ ਪਿਆ। ਤੇ ਜਦੋਂ ਵੀ ਇਤਿਹਾਸ ਦਾ ਜ਼ਿਕਰ ਆਵੇਗਾ, ਉਹ ਘਟਨਾ ਦਾ ਜ਼ਿਕਰ ਕੀਤਾ ਜਾਵੇਗਾ ਤੇ ਉਸ ਦੇ ਨਾਮ ਦੇ ਨਾਲ ਬੇਮੁਖ ਸ਼ਬਦ ਲੱਗ ਜਾਵੇਗਾ, ਤਾਂ ਇੱਕ ਜਨਮ ਨਹੀਂ ਕਈ ਜਨਮਾਂ ਦਾ ਵਿਛੋੜਾ ਤੇ ਕਈ ਵਾਰ ਦਾ ਵਿਛੋੜਾ ਜਿਹੜਾ ਉਹ ਪ੍ਰਾਪਤ ਹੋ ਗਿਆ। ਤੇ ਸਤਿਗੁਰੂ ਜੀ ਨੇ ਜਿਵੇਂ ਸਮਝਾ ਦਿੱਤਾ, ਹਰ ਬਿਸਰਤ ਸਦਾ ਖੁਆਰੀ, ਮਾਲਕ ਜੀ ਤੋਂ ਵਿਛੜਨ ਦੇ ਨਾਲ ਸਦੀਵ ਕਾਲ ਲਈ ਖੁਆਰੀ ਪ੍ਰਾਪਤ ਹੁੰਦੀ। ਤਾਂ ਜਦੋਂ ਵੀ ਜ਼ਿਕਰ ਆਵੇਗਾ ਉਦੋਂ ਹੀ ਇਹ ਜ਼ਿਕਰ ਹੋਵੇਗਾ ਕਿ ਭਾਈ ਉਹ ਗੁਰੂ ਤੋਂ ਬੇਮੁਖ ਹੋ ਕੇ ਆਇਆ ਹੈ। ਪਰ ਜਿਹੜਾ ਗੁਰੂ ਦੇ ਸਨਮੁਖ ਹੋਏ ਬਾਬਾ ਬਚਿੱਤਰ ਸਿੰਘ ਜੀ, ਜਦੋਂ ਵੀ ਉਹਨਾਂ ਦਾ ਜ਼ਿਕਰ ਕਰਾਂਗੇ, ਇਤਿਹਾਸ ਪੜਾਂਗੇ ਤੇ ਸਤਿਕਾਰ ਦੇ ਨਾਲ ਜਿਹੜਾ ਸਿਰ ਹੈ ਉਹ ਆਪਣੇ ਆਪ ਝੁਕਦਾ ਜਾਵੇਗਾ ਕਿ ਭਾਈ ਉਹ ਗੁਰੂ ਦੇ ਸਨਮੁਖ ਹੋ ਕਰ ਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਤਾਂ ਜਿਨ੍ਹਾਂ ਨੇ ਇਸ ਜਨਮ ਦੇ ਵਿੱਚ ਮਾਲਕ ਵਾਹਿਗੁਰੂ ਜੀ ਦੀ ਯਾਦ ਵੱਲੋਂ ਮੂੰਹ ਮੋੜ ਲਿਆ ਨਾ, ਉਹਨਾਂ ਨੂੰ ਬੜੇ ਲੰਮੇ ਜਿਹੜੇ ਵਿਛੋੜੇ ਹਨ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਵਿਛੋੜਾ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਵੇਗਾ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਤਨੇ ਵੀ ਪਦਾਰਥ ਮਾਲਕ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਨ, ਕਿਉਂਕਿ ਦਾਤਾਂ ਦੇਣ ਵਾਲਾ ਮਾਲਕ ਹੈ। ਪਹਿਲਾਂ ਬੜਾ ਆਨੰਦ ਪ੍ਰਾਪਤ ਹੋ ਰਿਹਾ ਸੀ, ਬੜਾ ਸਵਾਦ ਸੀ ਹਰੇਕ ਪਦਾਰਥ ਦੇ ਵਿੱਚੋਂ, ਪਰ ਇੱਕ ਖਿਣ ਦੇ ਵਿੱਚ, ਖਿਣ ਮਾਤਰ ਸਮੇਂ ਦੇ ਵਿੱਚ ਉਹ ਸਾਰੇ ਦੇ ਸਾਰੇ ਜਿਹੜੇ ਪਦਾਰਥ ਨਾ ਉਹ ਕੌੜੇ ਹੋ ਗਏ। ਇੱਕ ਉਦਾਹਰਨ, ਇੱਕ ਬੱਚਾ ਹੈ ਆਪਣੇ ਪਿਤਾ ਦੇ ਨਾਲ ਮੇਲਾ ਵੇਖਣ ਵਾਸਤੇ ਗਿਆ ਜੀ। ਪਿਤਾ ਦੇ ਮੋਢਿਆਂ ਦੇ ਉੱਪਰ ਬੈਠਾ ਹੋਇਆ, ਪਿਤਾ ਦਾ ਹੱਥ ਫੜਿਆ ਹੋਇਆ ਮੇਲਾ ਉਹ ਵੇਖਦਾ ਪਿਆ। ਤਾਂ ਉਸ ਨੂੰ ਹਰੇਕ ਜਿਹੜੀ ਵਸਤੂ ਨਾ ਉਹ ਬੜੀ ਚੰਗੀ ਲੱਗਦੀ ਹੈ। ਪਿਤਾ ਨੂੰ ਕਦੇ ਖਿਡੌਣਿਆਂ ਵੱਲੋਂ ਕਹਿ ਰਿਹਾ, ਪਿਤਾ ਨੂੰ ਕਦੇ ਮਠਿਆਈਆਂ ਵੱਲੋਂ ਕਹਿ ਰਿਹਾ, ਕਦੇ ਪਿਤਾ ਨੂੰ ਆਖਦਾ ਪਿਆ ਕਿ ਇਹ ਜਿਹੜੇ ਪੰਘੂੜੇ ਆਦਿਕ ਹਨ ਇਹ ਝੂਠ ਨੇ। ਤਾਂ ਹਰੇਕ ਪਦਾਰਥ ਉਸ ਨੂੰ ਬੜਾ ਚੰਗਾ ਲੱਗਦਾ ਹੈ। ਕਾਰਨ ਕੀ? ਕਾਰਨ ਹੈ ਕਿ ਪਿਤਾ ਦਾ ਹੱਥ ਫੜਿਆ ਹੋਇਆ, ਪਿਤਾ ਨੇ ਆਪਣੇ ਨਾਲ ਉਸ ਨੂੰ ਰੱਖਿਆ ਹੋਇਆ। ਬੇਸ਼ੱਕ ਪਦਾਰਥ ਸਾਰੇ ਪਿਤਾ ਕਹਿ ਰਿਹਾ ਦੇ ਦਿੰਦਾ ਹਾਂ ਲੈ ਕੇ, ਪਹਿਲਾਂ ਮੇਲਾ ਵੇਖ ਲਈਏ, ਪਹਿਲਾਂ ਚਾਰ ਚਫੇਰਾ ਵੇਖਦੇ ਹਾਂ, ਫਿਰ ਤੈਨੂੰ ਜਿਹੜੇ ਪਦਾਰਥ ਹੈ ਉਹ ਲੈ ਕੇ ਦੇ ਦਿੰਦੇ ਹਾਂ। ਤਾਂ ਹਰੇਕ ਵਸਤੂ ਬੜੀ ਚੰਗੀ ਲੱਗਦੀ ਪਈ ਜੀ। ਹਰੇਕ ਵਸਤੂ ਦੇ ਵਿੱਚੋਂ ਆਨੰਦ ਵੀ ਪ੍ਰਾਪਤ ਹੋ ਰਿਹਾ। ਮਨ ਦੇ ਵਿੱਚ ਵਿਚਾਰਾਂ, ਆ ਵੀ ਖਿਡੌਣਾ ਪ੍ਰਾਪਤ ਕਰਨਾ, ਆ ਵੀ ਖਿਡੌਣੇ ਪ੍ਰਾਪਤ ਕਰਨੇ, ਆ ਮਠਿਆਈਆਂ ਵੀ ਪ੍ਰਾਪਤ ਕਰਨੀਆਂ, ਉਹ ਮਠਿਆਈਆਂ ਵੀ ਪ੍ਰਾਪਤ ਕਰਨੀਆਂ। ਇੱਥੇ ਵੀ ਪੰਘੂੜਾ ਝੂਟਣਾ ਹੈ, ਉਹ ਪਰਲੇ ਵਾਲਾ ਵੀ ਝੂਟਣਾ, ਬੜਾ ਮਨ ਦੇ ਵਿੱਚ ਚਾਅ ਹੈ ਜੀ। ਅਗਲੇ ਬੰਨੇ ਮੇਲੇ ਦੇ ਵਿੱਚ ਤਮਾਸ਼ਾ ਲੱਗਾ ਹੋਇਆ ਸੀ। ਕੋਈ ਮਦਾਰੀ ਬੈਠਾ ਸੀ ਤੇ ਮਦਾਰੀ ਲੋਕਾਂ ਨੂੰ ਤਮਾਸ਼ਾ ਵਿਖਾ ਰਿਹਾ ਜੀ। ਪਿਤਾ ਦੇ ਨਾਲ ਬੱਚਾ ਉਹ ਤਮਾਸ਼ਾ ਵੇਖਣ ਦੇ ਵਿੱਚ ਰੁੱਝ ਗਿਆ। ਤਮਾਸ਼ਾ ਵੇਖਦਿਆਂ ਹੋਇਆਂ ਇੰਨਾ ਉਹ ਲੀਨ ਹੋ ਗਿਆ ਤਮਾਸ਼ੇ ਦੇ ਵਿੱਚ, ਇੰਨਾ ਉਹ ਖੁੱਭ ਗਿਆ ਤਮਾਸ਼ੇ ਦੇ ਵਿੱਚ ਕਿ ਪਿਤਾ ਦਾ ਹੱਥ ਛੱਡ ਦਿੱਤਾ ਹੈ। ਹੁਣ ਸਾਰਾ ਧਿਆਨ ਉਸ ਤਮਾਸ਼ੇ ਦੇ ਵਿੱਚ ਹੀ ਲੱਗਿਆ ਹੋਇਆ ਤੇ ਉੱਥੇ ਲੱਗੇ ਹੋਏ ਧਿਆਨ ਸਦਕਾ ਪਿਤਾ ਦੇ ਨਾਲੋਂ ਵਿਛੜ ਗਿਆ ਜੀ। ਹੁਣ ਇੱਕਦਮ ਖਿਆਲ ਆਇਆ ਕਿ ਇਸ ਮੇਲੇ ਦੇ ਵਿੱਚ ਮੈਂ ਆਪਣੇ ਪਿਤਾ ਦੇ ਨਾਲ ਆਇਆ ਸੀ, ਤਮਾਸ਼ਾ ਚੱਲ ਰਿਹਾ। ਹੁਣ ਚਾਰ ਚਫੇਰੇ ਵੇਖਿਆ ਉਸ ਬਾਲਕ ਨੇ ਤੇ ਪਿਤਾ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਜੀ। ਪਿਤਾ ਦੇ ਨਾਲੋਂ ਵਿਛੋੜਾ ਪੈ ਗਿਆ। ਹੁਣ ਉਸ ਤਮਾਸ਼ੇ ਦੇ ਵਿੱਚ ਵੀ ਭੋਰਾ ਆਨੰਦ ਨਹੀਂ ਰਿਹਾ ਜੀ। ਉਹ ਤਮਾਸ਼ਾ ਵੀ ਬੇਸਵਾਦਾ ਹੋ ਗਿਆ ਜਿਹੜਾ ਪਹਿਲਾਂ ਬੜਾ ਆਨੰਦ ਦੇ ਰਿਹਾ ਸੀ। ਬੱਚੇ ਨੇ ਰੋਣਾ ਆਰੰਭ ਕਰ ਦਿੱਤਾ ਜੀ ਕਿ ਮੈਂ ਆਪਣੇ ਪਿਤਾ ਦੇ ਨਾਲ ਆਇਆ ਸਾਂ ਤੇ ਮੇਰੇ ਪਿਤਾ ਜੀ ਮੈਨੂੰ ਲੱਭਦੇ ਨਹੀਂ ਪਏ ਜੀ, ਮਿਲਦੇ ਨਹੀਂ ਪਏ। ਕਿਸੇ ਦਿਆਲੂ ਮਨੁੱਖ ਨੇ ਉਸ ਬੱਚੇ ਨੂੰ ਆਪਣੇ ਮੋਢਿਆਂ ਦੇ ਉੱਪਰ ਚੁੱਕਿਆ ਹੈ, ਮੇਲੇ ਦੇ ਵਿੱਚ ਵਿਖਾਉਣ ਦਾ ਯਤਨ ਕਰਦਾ ਪਿਆ। ਵੇਖ ਆਪਣੇ ਪਿਤਾ ਨੂੰ ਲੱਭ ਭਾਈ, ਤੇਰਾ ਪਿਤਾ ਕਿੱਥੇ ਹੈ? ਪਰ ਬੱਚਾ ਰੋਈ ਜਾ ਰਿਹਾ ਜੀ। ਉਸ ਦਿਆਲੂ ਮਨੁੱਖ ਨੇ ਬੜੇ ਯਤਨ ਕੀਤੇ। ਕਦੇ ਆਖਦਾ ਮਠਿਆਈ ਖਾ ਲਾ, ਚੁੱਪ ਕਰ ਜਾ, ਕਦੇ ਆਖਦਾ ਆ ਜਿਹੜੇ ਖਿਡੌਣੇ ਹਨ ਇਹ ਲੈ ਲਾ, ਆ ਤੈਨੂੰ ਪੰਘੂੜੇ ਦੇ ਉੱਪਰ ਹੂਟਾ ਦਿੰਦਾ ਹਾਂ। ਪਰ ਬੱਚਾ ਹੁਣ ਰੋ ਰਿਹਾ। ਕੋਈ ਵੀ ਵਸਤੂ ਉਸ ਨੂੰ ਸਵਾਦ ਨਹੀਂ ਲੱਗਦੀ ਪਈ ਹੈ। ਜਿਹੜੀਆਂ ਪਹਿਲਾਂ ਵਸਤੂਆਂ ਪ੍ਰਾਪਤ ਸੀ ਨਹੀਂ ਸੀ ਹੋਈਆਂ ਅਜੇ, ਪਰ ਫਿਰ ਵੀ ਇੱਕ ਆਨੰਦ ਸੀ ਕਿਉਂਕਿ ਪਿਤਾ ਦੇ ਨਾਲ ਸੀ।
ਹੁਣ ਉਹ ਵਸਤੂਆਂ ਦੀ ਪ੍ਰਾਪਤੀ ਹੋ ਰਹੀ, ਉਹ ਦਿਆਲੂ ਮਨੁੱਖ ਲੈ ਕੇ ਦੇਣ ਦਾ ਯਤਨ ਕਰਦਾ ਪਿਆ, ਪਰ ਕਿਸੇ ਵੀ ਵਸਤੂ ਦੇ ਵਿੱਚੋਂ ਆਨੰਦ ਨਹੀਂ ਮਿਲਦਾ ਪਿਆ ਜੀ, ਕਿਉਂਕਿ ਪਿਤਾ ਨਾਲ ਨਹੀਂ। ਤਾਂ ਵਿਦਵਾਨਾਂ ਨੇ ਸਮਝਾਇਆ, ਇਵੇਂ ਹੀ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਓਨਾ ਚਿਰ ਆਨੰਦ ਹੈ, ਓਨਾ ਚਿਰ ਹੀ ਇਹ ਸਾਰਾ ਕੁਝ ਬੜਾ ਚੰਗਾ ਲੱਗਦਾ, ਜਿਤਨਾ ਚਿਰ ਮਾਲਕ ਜੀ ਦੀ ਕਿਰਪਾ ਦੇ ਪਾਤਰ ਹਾਂ ਜੀ। ਪਰ ਜਦੋਂ ਵਿਛੋੜਾ ਪੈ ਗਿਆ ਨਾ, ਤੇ ਇੱਕ ਖਿਣ ਪਲ ਦੇ ਵਿੱਚ ਸਾਰੇ ਜਿਹੜੇ ਪਦਾਰਥ ਉਹ ਬੇਸਵਾਦੇ ਹੋ ਜਾਂਦੇ ਹਨ। ਹੁਣ ਅਸੀਂ ਬੜੇ ਸਵਾਦ ਚੱਖਦੇ ਜੀ, ਬੜੇ ਪ੍ਰਕਾਰ ਦੇ ਭੋਜਨ, ਬੜੇ ਪ੍ਰਕਾਰ ਦੀਆਂ ਵਸਤੂਆਂ ਚੱਖਦੇ, ਪਰ ਦੇਵਨੇਤ ਜੇਕਰ ਸਰੀਰ ਦੇ ਵਿੱਚ ਕੋਈ ਔਰ ਆ ਜਾਵੇ, ਸਰੀਰ ਬਿਮਾਰ ਹੋ ਜਾਵੇ, ਤੇ ਵਸਤੂਆਂ ਤਾਂ ਸਨਮੁਖ ਹੋਵਣਗੀਆਂ ਜੀ ਉਹ ਸਾਰੀਆਂ, ਪਰ ਖਾਦੀ ਕੋਈ ਵੀ ਨਹੀਂ ਜਾ ਸਕਦੀ ਜੀ। ਇਹ ਵੀ ਡਾਕਟਰਾਂ ਵੱਲੋਂ ਮਨਾ, ਉਹ ਵੀ ਡਾਕਟਰਾਂ ਵੱਲੋਂ ਮਨਾ ਕਰ ਦਿੱਤਾ ਗਿਆ ਜੀ। ਇਹ ਵੀ ਕਾਰਜ ਨਹੀਂ ਕਰਨਾ, ਉਹ ਵੀ ਕਾਰਜ ਨਹੀਂ ਕਰਨਾ, ਆਹ ਭੋਜਨ ਵੀ ਨਹੀਂ ਖਾਧਾ ਜਾ ਸਕਦਾ, ਉਹ ਵੀ ਭੋਜਨ ਨਹੀਂ ਖਾਧਾ ਜਾ ਸਕਦਾ। ਤੇ ਇੱਕ ਖਿਣ ਦੇ ਵਿੱਚ ਉਹ ਸਾਰੇ ਪਦਾਰਥਾਂ ਦੀ ਅਹਿਮੀਅਤ ਬਦਲ ਗਈ ਜੀ। ਪਦਾਰਥ ਤਾਂ ਸਨਮੁਖ ਹਨ ਸਾਰੇ ਦੇ ਸਾਰੇ, ਪਰ ਨਹੀਂ ਖਾਧੇ ਜਾ ਸਕਦੇ, ਕਿਉਂਕਿ ਮਾਲਕ ਤੋਂ ਵਿਛੋੜਾ ਪਿਆ ਤੇ ਜੀਵਨ ਦੇ ਵਿੱਚ ਜਿਹੜਾ ਉਹ ਔਰ ਆ ਗਈ। ਕੋਈ ਬਿਮਾਰੀ ਲੱਗ ਗਈ ਜੀ ਸਰੀਰ ਨੂੰ, ਉਹ ਬਿਮਾਰੀ ਲੱਗੀ ਹੈ, ਮਾਲਕ ਜੀ ਨੇ ਫਿਰ ਸੁਚੱਜੇ ਮਾਰਗ ਦੇ ਉੱਪਰ ਪਾਉਣਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਸੁੱਖਾਂ ਦੇ ਵਿੱਚ ਅਸੀਂ ਰੋਗਾਂ 'ਚ ਗਰਸੇ ਗਏ ਜੀ, ਤੇ ਮਾਲਕ ਨੇ ਉਹ ਰੋਗ ਦੇ ਕੇ ਨਾ ਤੇ ਫਿਰ ਸੁਚੱਜੇ ਮਾਰਗ ਦੇ ਉੱਪਰ ਪਾਉਣਾ। ਤਾਂ ਸਤਿਗੁਰੂ ਜੀ ਸਮਝਾ ਰਹੇ, ਉਹ ਜਿਤਨੇ ਵੀ ਪਦਾਰਥ ਖਿਣ ਦੇ ਵਿੱਚ ਕੌੜੇ ਹੋ ਗਏ, ਭਾਵੇਂ ਬਹੁਤ ਸਾਰੇ ਉਹ ਪਦਾਰਥ ਸਨ, ਤੇ ਮਨੁੱਖ ਉਹਨਾਂ ਪਦਾਰਥਾਂ ਨੂੰ ਨਿਰੰਤਰ ਭੋਗਦਾ ਪਿਆ ਸੀ। ਤੇ ਸਤਿਗੁਰੂ ਜੀ ਸਮਝਾਉਂਦੇ ਹਨ, ਭਾਈ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਹੁਣ ਕੌਣ ਵਿਚੋਲਾ ਬਣੇ ਭਾਈ, ਜਿਹੜਾ ਮਾਲਕ ਜੀ ਦੇ ਨਾਲ ਮਿਲਾ ਸਕਦਾ ਹੋਵੇ, ਤੇ ਕਿਹਦੇ ਕੋਲ ਜਾ ਕੇ ਰੋਜ਼-ਰੋਜ਼ ਆਪਣਾ ਮਨੁੱਖ ਜਿਹੜਾ ਉਹ ਰੋਣਾ ਰੋਵੇ ਜੀ। ਸਤਿਗੁਰੂ ਜੀ ਸਮਝਾਉਂਦੇ ਹਨ, ਕਿਸ ਦੁਖੀ ਹਾਲਤ ਦੇ ਵਿੱਚ ਕਿਸ ਪਾਸ ਵੀ ਜਾ ਕੇ ਨਿੱਤ ਰੋਣਾ ਜਿਹੜਾ ਉਹ ਰੌਲਾ ਜਾਵੇ, ਉਹਦਾ ਲਾਭ ਕੋਈ ਨਹੀਂ ਜੀ। ਕਿਉਂਕਿ ਦੁੱਖ ਤਾਂ ਵਿਛੋੜੇ ਦਾ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾ ਇਸ ਵਿਚਕਾਰ ਆਕਰ ਜਿਹੜਾ ਉਹ ਕੁਝ ਵੀ ਨਹੀਂ ਕਰ ਸਕਦਾ ਹੈ। ਜਿਵੇਂ ਅਸੀਂ ਇਤਿਹਾਸ ਪੜ੍ਹਦੇ ਨਾ, ਬਾਬਾ ਸੱਤਾ ਜੀ, ਬਾਬਾ ਬਲਵੰਡ ਰਾਏ ਜੀ, ਉੱਥੇ ਉਹ ਵਿਚੋਲਾ ਬਣੇ ਹਨ। ਕੌਣ ਜੀ? ਜੋ ਗੁਰੂ ਘਰ ਦੇ ਬੜੇ ਪਿਆਰੇ ਹੋਏ ਬਾਬਾ ਲੱਦਾ ਪਰਉਪਕਾਰੀ ਜੀ। ਜੀਵਨ ਦੇ ਵਿੱਚ ਉਹਨਾਂ ਨੇ ਜੋੜ ਦਿੱਤਾ, ਤੇ ਇੱਥੇ ਜੋੜਨ ਦਾ ਕਾਰਜ ਕਰਦੇ ਹਨ ਪੰਜ ਪਿਆਰੇ ਸਹਿਬਾਨ ਜੀ। ਵਿਛੜਿਆ ਹੋਇਆਂ ਨੂੰ ਫਿਰ ਉਹ ਜੋੜਦੇ ਹਨ ਗੁਰੂ ਦੇ ਨਾਲ। ਤਾਂ ਜੇਕਰ ਅਸੀਂ ਟੁੱਟੇ ਹਾਂ, ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਗੁਰਸਿੱਖ ਪਰਿਵਾਰ ਦੇ ਵਿੱਚ ਜਨਮ ਹੋਇਆ, ਤਾਂ ਲੋੜ ਭਾਈ ਜਾ ਕਰ ਪੰਜ ਪਿਆਰੇ ਸਹਿਬਾਨਾਂ ਦੇ ਕੋਲ ਬੇਨਤੀ ਕੀਤੀ ਜਾਵੇ, ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਛਕ ਕੇ ਫਿਰ ਗੁਰੂ ਵਾਲੇ ਬਣੀਏ। ਤਾਂ ਸਤਿਗੁਰੂ ਜੀ ਆਖਦੇ, ਵਿਛੋੜੇ ਨੂੰ ਦੂਰ ਕਰਨ ਵਾਸਤੇ ਕਿਵੇਂ ਕੋਈ ਭਾਈ ਤੁਹਾਡਾ ਸਾਥ ਦੇ ਸਕਦਾ, ਜੇਕਰ ਤੁਸੀਂ ਖੁਦ ਨਹੀਂ ਤੁਰਦੇ ਜੀ। ਤਾਂ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ, ਕੀਤਾ ਕਛੂ ਨ ਹੋਵਈ ਲਿਖਿਆ ਧੁਰ ਸੰਜੋਗ। ਜੋ ਧੁਰ ਸੰਜੋਗਾਂ ਦੇ ਵਿੱਚ ਲਿਖਿਆ ਨਾ ਮਾਲਕ ਜੀ ਦੇ ਦਰ ਤੋਂ, ਜਿਹੜਾ ਅਸੀਂ ਬੀਜ ਬੀਜਿਆ ਸੀ, ਉਸੇ ਅਨੁਸਾਰ ਜਿਹੜਾ ਸਾਨੂੰ ਫਲ ਪ੍ਰਾਪਤ ਹੋ ਰਿਹਾ ਨਾ, ਤੇ ਉਹ ਫਿਰ ਸਾਡੇ ਸੰਜੋਗ ਧੁਰ ਤੋਂ ਲਿਖੇ ਬਣ ਗਏ। ਹੁਣ ਜੋ ਉਹ ਫਲ ਹੈ ਉਹ ਭੋਗਣਾ ਪਵੇਗਾ, ਕੋਈ ਵੀ ਕੁਝ ਵੀ ਨਹੀਂ ਕਰ ਸਕਦਾ ਜੀ। ਤੇ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਵਡਭਾਗੀ ਮੇਰਾ ਪ੍ਰਭ ਮਿਲਾ, ਤਾਂ ਉਤਰੈ ਸਭ ਯੋਗ। ਵੱਡਿਆਂ ਭਾਗਾਂ ਕਰਕੇ, ਮਾਲਕ ਜੀ ਦੀ ਕਿਰਪਾ ਕਰਕੇ, ਜੇਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆ ਮਿਲ ਪੈਵਨ, ਤਾਂ ਵਿਛੋੜੇ ਤੋਂ ਪੈਦਾ ਹੋਏ ਜਿਤਨੇ ਵੀ ਇਹ ਦੁੱਖ ਹਨ, ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਹਨ। ਫਿਰ ਜੋ ਭਾਗਾਂ ਦੇ ਵਿੱਚ ਲਿਖਿਆ, ਮਾਲਕ ਜੀ ਉਸ ਦੇ ਵਿੱਚ ਵੀ ਬਦਲਾਅ ਕਰ ਦਿੰਦੇ ਜੀ, ਬਦਲ ਦਿੰਦੇ ਹਨ ਉਹ ਲਿਖਿਆ ਹੋਇਆ, ਕਿਉਂਕਿ ਸਤਿਗੁਰੂ ਜੀ ਦੇ ਵਿੱਚ ਸਮਰੱਥਾ ਜੀ। ਸਤਿਗੁਰੂ ਜੀ ਦੇ ਕੋਲ ਪਹੁੰਚੇ ਨਾ ਮਾਤਾ ਸੁਲੱਖਣੀ ਜੀ, ਅਸੀਂ ਸਾਰਾ ਉਹ ਇਤਿਹਾਸ ਜਾਣਦੇ ਹਾਂ। ਗੁਰੂ ਜੀ ਨੇ ਨਾ ਕਰ ਦਿੱਤੀ, ਆਖ ਦਿੱਤਾ, ਨਹੀਂ ਭਾਈ ਤੇਰੇ ਭਾਗਾਂ ਦੇ ਵਿੱਚ ਵਿਧਾਤਾ ਨੇ, ਪਰਮਾਤਮਾ ਨੇ ਨਹੀਂ ਲਿਖਿਆ ਹੈ ਔਲਾਦ ਦਾ ਸੁੱਖ। ਨਿਰਾਸ਼ ਹੋ ਕੇ ਵਾਪਸ ਮੁੜੇ। ਭਾਈ ਗੁਰਦਾਸ ਜੀ ਮਿਲੇ ਵਿਛੋੜੇ ਦਾ ਜਾਂ ਫਿਰ ਦੁਖੀ ਹੋਣ ਦਾ ਕਾਰਨ ਪੁੱਛਿਆ, ਤਾਂ ਮਾਤਾ ਜੀ ਨੇ ਦੱਸ ਦਿੱਤਾ ਜੀ।
कि भाई मैं गुरु पातशाह जी दे कोल गई सां औलाद वास्ते अरदास वास्ते, पर सतगुरु जी ने ना कर दित्ती। आख्या तेरे भागां दे विच नहीं लिखिया है। भाई गुरदास जी हुण मिले हन, विचोले बने हन। तां भाई गुरदास जी ने आख दित्ता, माता तेनू असल दे विच मंगना नहीं आया है, कल नूं फिर जायो, जाकर सतगुरु जी दे चरनां दे विच अरदास करियो, नाल कलम लै जियो, दवात लै जियो, कागज लै जियो। ते जदों सतगुरु जी इहो ही उत्तर देवन ना, ते फिर आख दिओ मालका लिखण वाले तां तुसीं सी, जेकर उत्थे रह गया ते हुण लिख देवो। अगले रोज उवें ही सिखाए होए भाई गुरदास जी दे माता सुलखणी जी पहुंचे हन। सतगुरु जी दे चरनां दे विच बेनती कीती। सतगुरु जी ने आख दिता, विधाता ने मालक ने तेरे भागां दे विच औलाद जां पुत्र दा सुख नहीं लिखिया है। भाई गुरदास जी दे सिखाया होया ने फिर माता सुलखणी ने आख दिता, सतगुरु जी लिखण वाले तुसी सो, उथे रह गया ते हुण लिख दो। तुसी सब ताकतां दे मालक, कागज कलम दवात अगे कर दित्ती। सतगुरु जी मुस्कुराए हन कि इन्हां नूं किसी ने जुगत दसी कि गुरु दे दर तो जो प्राप्त किवें करना है। ਤਾਂ ਸਤਿਗੁਰੂ ਜੀ ਹੁਣ ਕਲਮ ਦਵਾਤ ਲੈ ਕੇ ਕਾਗਜ਼ ਲੈ ਕਰ ਪੁੱਛਣ ਲੱਗਦੇ ਹਨ, ਕਿੰਨੇ ਅੰਕ ਪਾ ਦਿੱਤੇ ਜਾਵਨ ਜੀ। ਸਤਿਗੁਰੂ ਜੀ ਨੇ ਪੁੱਛਿਆ, ਵੇਖੋ ਕਰਮ ਬਦਲੇ ਹਨ ਕਿ ਪਹਿਲੇ ਰੋਜ਼ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਇੱਕ ਵੀ ਪੁੱਤਰ ਜਾਂ ਇੱਕ ਵੀ ਔਲਾਦ ਤੁਹਾਡੇ ਭਾਗਾਂ ਦੇ ਵਿੱਚ ਨਹੀਂ, ਤੇ ਅੱਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੁੱਛ ਰਹੇ ਮਾਤਾ ਸੁਲੱਖਣੀ ਨੂੰ ਕਿ ਦੱਸੋ ਕਿੰਨੇ ਲਿਖ ਦਿੱਤੇ ਜਾਵਨ, ਕਿੰਨੀ ਔਲਾਦ ਕਿੰਨੇ ਪੁੱਤਰ ਤੁਹਾਨੂੰ ਚਾਹੀਦੇ ਹਨ। ਇੱਕ ਜੁਗਤ ਪ੍ਰਾਪਤ ਹੋ ਗਈ। ਜਦੋਂ ਚੰਗਿਆਂ ਦੀ ਸੰਗਤ ਕਰ ਲਈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਵਡਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰੈ ਸਭ ਯੋਗ। ਸਾਰੇ ਦੁੱਖ ਖਤਮ ਹੁੰਦੇ ਜਦੋਂ ਵੱਡੇ ਭਾਗ ਬਣ ਜਾਵਨ ਤੇ ਸਤਿਗੁਰੂ ਜੀ ਦੇ ਦਰ ਤੇ ਪ੍ਰਾਪਤ ਹੋ ਜਾਈਏ, ਗੁਰੂ ਜੀ ਮਿਲ ਪੈਵਨ ਤੇ ਜੀਵਨ ਦੇ ਵਿੱਚ ਤਬਦੀਲੀ ਹੁੰਦੀ। ਨਾਨਕ ਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। हे बंदना नूं कट्टण वाले सच्चे पातशाह जीओ, किरपा करके ना आप रहमत करके मेरे मालिक जीओ मैनू भी इस मोह तो इन्हां विकारां तो बचा लैना करो जी, क्योंकि तुसी बंदी छोड़ हो ना, बंदना नूं कट्टण वाले हो। सतगुरु जी ने प्रतख रूप दे विच भी बेशक सतगुरु गुरु नानक साहब पातशाह महाराज जी गए हन ते जाकर बाबर दे कैदखाने दे विचों सारियां नूं छुडाउणा कीता है। विकारां दे विच फसी हुई लुकाई नूं फिर गुरु नानक साहब पातशाह महाराज जी ने मुक्त कीता है। रहेलखंड दे विच खुद विके गुरु नानक साहब पातशाह महाराज जी ने ते जिहड़े विके होए मनुख सी उन्हां नूं फिर आजाद करवाया। गुलामी जिहड़ी सी उन्हां दी कट दित्ती। इवें ही सतगुरु गुरु छेवें पातशाह महाराज जी ग्वालियर दे किले दे विचों राजियां नूं छुड़ा के लिआउंदे हन। सतारे दी जेल दे विचों रुस्तम राव होना नूं ते उन्हां दे साथी नूं गुरु गोबिंद सिंह पातशाह महाराज जी जेल दे विचों छुड़ा कर लैकर आए। इवें ही सतगुरु जी किरपा करके फिर विकारां दे विचों सानूं भी बचा लैंदे हन, जेकर सतगुरु जी दे चरनां दे विच अरदास कीती जावे कि बड़े विकार मालका बचाउण वाले तुसी हो ते ओ मालक बंदी छोड़ दतार पिता जी दे रूप दे विच जीवन विच आकर फिर साडे बंधनां तो सानू आजाद करवा देंदे। ते सतगुरु जी समझाउंदे हन, कतक होवै साध संग बिनसै सभे सोच। ते मालक जी समझाउंदे भाई ये जिहड़ी कतक दी बड़ी स्वादली रुत है ना, बड़ा चंगा मौसम है। ਇਹਦੇ ਵਿੱਚ ਫਿਰ ਸਤਿਗੁਰੂ ਜੀ ਆਖਦੇ ਜਿਨ੍ਹਾਂ ਨੂੰ ਸਾਧ ਭਾਵ ਚੰਗਿਆਂ ਦੀ ਸੰਗਤ ਮਿਲ ਗਈ, ਗੁਰਮੁਖਾਂ ਦੀ ਸੰਗਤ ਮਿਲ ਜਾਵੇ ਨਾ, ਉਹਨਾਂ ਦੇ ਵਿਛੋੜੇ ਵਾਲੇ ਚਿੰਤਾ ਵਾਲੇ ਸਾਰੇ ਜਿਹੜੇ ਦੁੱਖ ਹਨ ਉਹ ਉਸੇ ਵੇਲੇ ਹੀ ਮੁੱਕ ਜਾਂਦੇ ਹਨ। ਸਾਧ ਕੌਣ?
ਸਾਧ ਦੀ ਪਰਿਭਾਸ਼ਾ ਭਾਈ ਗੁਰਦਾਸ ਜੀ ਨੇ ਸਮਝਾ ਦਿੱਤੀ ਜੀ। ਇੱਕ ਪੰਕਤੀ ਦੇ ਵਿੱਚ ਉਚਾਰਨ ਕਰਦੇ ਹਨ, ਨੌ ਦਰਵਾਜੇ ਸਾਧ, ਸਾਧ ਸਦਾਇਆ ਜਿਸਨੇ ਸਰੀਰ ਦੇ 9 ਦਰਵਾਜੇ ਸਾਧ ਲਏ। ਉਹ ਸਾਧੂ ਜੀ ਭਾਵ ਚੰਗਾ ਮਨੁੱਖ ਗੁਰਮੁਖ ਪਿਆਰਾ, ਉਹਨਾਂ ਦੀ ਸੰਗਤ ਕੀਤੀ ਜਾਵੇ ਤੇ ਫਿਰ ਜਿਤਨੇ ਵੀ ਇਹ ਵਿਛੋੜੇ ਵਾਲੇ ਦੁੱਖ ਇਹ ਸੋਚਾਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਮੁੱਕ ਜਾਂਦੀਆਂ ਹਨ। ਜੇਕਰ ਜੀਵਨ ਦੇ ਵਿੱਚ ਫਰਕ ਤਾਂ ਪਾਏ, ਫਿਰ ਕੱਤਕ ਦਾ ਮਹੀਨਾ ਆਖਦਾ ਪਿਆ ਕਿ ਮਾਲਕ ਜੀ ਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਸੁਚੱਜੇ ਜਿਹੜੇ ਕਾਰਜ ਹਨ ਉਹ ਕੀਤੇ ਜਾਵਨ, ਕਿਉਂਕਿ ਕਰਮ ਇਹ ਕੰਮ ਹੀ ਸਾਡਾ ਵਿਛੋੜੇ ਦਾ ਕਾਰਨ ਬਣਦੇ ਤੇ ਮਨੁੱਖ ਦੁਆਰਾ ਕੀਤੇ ਚੰਗੇ ਕਾਰਜ ਉਹ ਮਾਲਕ ਜੀ ਦੇ ਨਾਲ ਮਨੁੱਖ ਨੂੰ ਜੋੜ ਦਿੰਦੇ ਹਨ। ਤਾਂ ਯਤਨ ਕੀਤਾ ਜਾਵੇ ਭਾਈ, ਚੰਗੇ ਕਾਰਜ ਚੰਗੇ ਬੀਜ ਬੀਜੇ ਜਾਵਨ, ਚੰਗੇ ਕੰਮ ਕੀਤੇ ਜਾਵਨ, ਤਾਂ ਕਿ ਉਹਨਾਂ ਦਾ ਚੰਗਾ ਜਿਹੜਾ ਫਲ, ਚੰਗਾ ਜਿਹੜਾ ਲਾਭ ਹੈ ਉਹ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕੇ। ਮਾਲਕ ਵਾਹਿਗੁਰੂ ਜੀ ਨੇ ਸਾਨੂੰ ਅੱਜ ਸੰਗਰਾਂਦ ਦੇ ਦਿਹਾੜੇ ਦੇ ਉੱਪਰ ਪਾਵਨ ਸਿੱਖਿਆ ਬਖਸ਼ਿਸ਼ ਕੀਤੀ ਜੀ। ਯਤਨ ਕਰੀਏ ਕਿ ਹੌਲੀ ਹੌਲੀ ਕਰਕੇ ਆਪਣੇ ਜੀਵਨ ਦੇ ਵਿੱਚੋਂ ਜਿਤਨੇ ਔਗਣ ਹਨ ਉਹਨਾਂ ਨੂੰ ਘਟਾਈਏ ਜੀ, ਛੱਡਦੇ ਜਾਈਏ ਔਗਣ। ਜੇਕਰ ਵਾਕਿਆ ਅਸੀਂ ਅੱਜ ਪ੍ਰਣ ਕਰਦੇ ਹਾਂ ਕਿ ਇੱਕ ਔਗਣ ਛੱਡਣਾ, 2 ਔਗਣ ਛੱਡਨੇ, ਕਿਉਂਕਿ ਅਸੀਂ ਆਪਣੇ ਅੰਦਰ ਨੂੰ ਜਾਣਦੇ, ਅਸੀਂ ਆਪਣੇ ਔਗਣਾਂ ਨੂੰ ਜਾਣਦੇ ਹਾਂ। ਜਾਂ ਤਾਂ ਅਸੀਂ ਜਾਣਦੇ ਜਾਂ ਪ੍ਰਮਾਤਮਾ ਮਾਲਕ ਜਾਣਦਾ, ਪਰ ਜੇਕਰ ਅਸੀਂ ਜਾਣਦਿਆਂ ਹੋਇਆਂ ਵੀ ਅਣਜਾਣ ਬਣਦੇ ਤੇ ਫਿਰ ਪਈ ਲੱਗ ਜੇ। ਤਾਂ ਜਾਣਦਿਆਂ ਹੋਇਆਂ ਜੇਕਰ ਯਤਨ ਕਰੀਏ ਕਿ ਅਸੀਂ ਆਪਣਾ ਕੋਈ ਔਗਣ ਛੱਡਣਾ, ਤੇ ਫਿਰ ਵਾਕਿਆ ਹੀ ਸਾਡੇ ਜੀਵਨ ਦੇ ਵਿੱਚ ਵੀ ਸੰਗਰਾਂਦ, ਫਿਰ ਅੱਜ ਸੰਗਰਾਂਦ ਸਾਡੇ ਵਾਸਤੇ ਵੀ ਹੈ ਜੀ। ਪਰ ਜੇਕਰ ਅੱਸੂ ਦੇ ਮਹੀਨੇ ਦੇ ਵਿੱਚ ਜਿਹੜੇ ਕੰਮ ਅਸੀਂ ਕਰਦੇ ਪਏ ਸਾਂ, ਇਹ ਕੱਤਕ ਦੇ ਮਹੀਨੇ ਦੇ ਵਿੱਚ ਵੀ ਉਹ ਕੰਮ ਅਸੀਂ ਕਰਦੇ ਜਾਵਾਂਗੇ ਤਾਂ ਮਾਫ ਕਰਨਾ, ਫਿਰ ਕਹਿਣ ਦੇਣਾ ਕੁਦਰਤ ਦੇ ਵਿੱਚ ਤਾਂ ਸੰਗਰਾਂਦ ਹੈ, ਪਰ ਸਾਡੇ ਜੀਵਨ ਦੀ ਸੰਗਰਾਂਦ ਕੋਈ ਨਹੀਂ, ਕਿਉਂਕਿ ਬਦਲਾਅ ਕੋਈ ਨਹੀਂ ਨਾ ਆਇਆ ਸਾਡੇ ਜੀਵਨ ਦੇ ਵਿੱਚ। ਸੰਗਰਾਂਦ ਤਾਂ ਉਸ ਰੋਜ਼ ਹੋਵੇਗੀ ਨਾ ਜਦੋਂ ਸਾਡੇ ਜੀਵਨ ਦੇ ਵਿੱਚ ਵੀ ਕੋਈ ਬਦਲਾਅ ਹੋਵੇਗਾ। ਸੋ ਕੁਦਰਤੀ ਸੰਗਰਾਂਦ ਹੈ ਜੀ। ਸੂਰਜ ਇੱਕ ਰਾਸ ਤੋਂ ਦੂਜੀ ਰਾਸ ਦੇ ਵਿੱਚ ਪ੍ਰਵੇਸ਼ ਹੋਇਆ, ਮੌਸਮ ਦੇ ਵਿੱਚ ਤਬਦੀਲੀ ਹੋਈ ਹੈ। ਸਾਡੀ ਸੰਗਰਾਂਦ ਉਦੋਂ ਜਦੋਂ ਸਾਡੇ ਅੰਦਰ ਵੀ ਕੋਈ ਤਬਦੀਲੀ ਹੋਵੇਗੀ। ਮਾਲਕ ਜੀ ਰਹਿਮਤ ਕਰਨ, ਸਾਡੇ ਅੰਦਰ ਵੀ ਬਦਲਾਅ ਆ ਜਾਵੇ, ਅਸੀਂ ਵੀ ਮਨਮੁਖ ਤੋਂ ਗੁਰਮੁਖ ਵਾਲੇ ਪਾਸੇ ਦਾ ਜਿਹੜਾ ਜਨ ਜੀਵਨ ਹੈ ਉਸ ਦੀ ਆਰੰਭਤਾ ਕਰ ਸਕਦੇ ਹੋਈਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਜੀ, ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ। ਦਰੋਂ ਘਰੋਂ ਸਿੱਖੀ ਨਾਮਦਾਨ ਭਰੋਸਾ ਦਾਨ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ, ਆਪਸੀ ਪਰਸਪਰ ਪਿਆਰ, ਇਤਫਾਕ ਸਲੂਕ ਦੀ ਦਾਤ ਬਖਸ਼ਿਸ਼ ਕਰਨ ਜੀ। ਸੰਸਾਰ ਦੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ ਅਰਦਾਸ ਕਰਨੀ ਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਅਸਨਾ ਪਵਿੱਤਰ ਕਰੋ, ਉਚਾਰਨ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ, ਜੇ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ।